सब तो अहम सब तो जरूरी नुकता जिहड़ा है वो ये है कि भारती हुकूमत ने टैंकां तोपां बंबां दे नाल दरबार साहब कॉम्पलैक्स के अंदर जो तबाही मचाई, जो शहादतां होईयां, जो उत्थे अकाल तख्त साहब अते दरबार साहब कॉम्पलैक्स दीयां इमारतां नूं नुकसान पहुंचिया, ਉਹ ਆਪਣੇ ਆਪ ਦੇ ਵਿੱਚ ਦਿੱਲੀ ਵਾਲੇ ਤੇ ਦਿੱਲੀ ਵਾਲਿਆਂ ਦੇ ਹਮਾਇਤੀ ਨਾਗਪੁਰ ਵਾਲੇ ਤੇ ਹੋਰ ਲੋਕ ਬੜੇ ਖੁਸ਼ ਹੋ ਸਕਦੇ ਆ ਕਿ ਅਸੀਂ ਆਪਦੇ ਵੱਲੋਂ ਜੰਗ ਜਿੱਤ ਲਈ, ਪਰ ਉਹ ਜਿੱਤ ਕੇ ਵੀ ਹਾਰ ਗਏ ਤੇ ਜਿਨ੍ਹਾਂ ਨੂੰ ਉਹ ਹਾਰੇ ਹੋਏ ਸਮਝਦੇ ਸੀ ਉਹ ਹਾਰ ਕੇ ਵੀ ਜਿੱਤ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सो कल ਆਪਾਂ ਲਾਈਵ ਵਿੱਚ ਨਹੀਂ ਜੁੜ ਸਕੇ, ਕਈ ਮਜਬੂਰੀਆਂ ਬਣ ਜਾਂਦੀਆਂ ਨੇ ਤੇ ਕਈ ਜ਼ਰੂਰੀ ਗੱਲਾਂ ਹੁੰਦੀਆਂ ਜਿਹਦੀ ਕਰਕੇ ਇੱਕਦਮ ਮੌਕੇ ਦੇ ਉੱਤੇ ਸੰਗਤ ਤੋਂ ਮਾਫੀ ਮੰਗਣੀ ਪੈਂਦੀ ਹੈ। ਸੋ ਕੱਲ ਫਿਰ ਰਹਿ ਗਿਆ। ਸੋ ਅੱਜ 2 ਜੂਨ ਹੈ। 2 ਜੂਨ 1947 ਨੂੰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਹੋਇਆ ਸੀ ਤੇ 6 ਜੂਨ 1984 ਨੂੰ ਸੰਤ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਹੋਈ। ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਨਮ ਦਿਹਾੜਾ ਤੇ ਜਿਹੜਾ ਉਹਨਾਂ ਦਾ ਸ਼ਹੀਦੀ ਦਿਹਾੜਾ, ਦੋਨੇ ਦਿਹਾੜੇ ਜੂਨ ਮਹੀਨੇ ਵਿੱਚ ਆਉਂਦੇ ਆ ਤੇ 34 ਸਾਲ ਦੀ ਉਮਰ ਵਿੱਚ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੁਨੀਆ ਉੱਤੇ ਉਹ ਘਾਲ ਕਮਾਈ ਕਰ ਗਏ ਆ ਕਿ ਉਹਨਾਂ ਦਾ ਨਾਂ ਜਦੋਂ ਲਿਆ ਜਾਂਦਾ ਉਦੋਂ ਇੰਨੇ ਅਦਬ ਸਤਿਕਾਰ ਨਾਲ ਤੇ 20ਵੀਂ ਸਦੀ ਦੇ ਮਹਾਨ ਸਿੱਖ ਦੇ ਵਜੋਂ ਉਹਨਾਂ ਦਾ ਸਤਿਕਾਰ, ਇਹੋ ਜਿਹੀ ਕਿਸਮਤ, ਇਹੋ ਜਿਹੀ ਕਿਰਪਾ ਸੱਚੇ ਪਾਤਸ਼ਾਹ ਦੀ ਜਿਸ ਹਸਤੀ ਉੱਤੇ ਹੋਈ ਹੋਵੇ, ਉਸ ਸ਼ਖਸੀਅਤ ਨੂੰ ਗੁਰੂ ਘਰ ਵੱਲੋਂ, ਗੁਰੂ ਪਾਤਸ਼ਾਹ ਵੱਲੋਂ ਇੰਨਾ ਵੱਡਾ ਮਰਾਤਬਾ, ਏਡਾ ਰੁਤਬਾ ਬਖਸ਼ਿਆ ਹੋਵੇ, ਉਸ ਮਹਾਨ ਸ਼ਖਸੀਅਤ ਦੇ ਬਾਰੇ ਜਿੰਨੀ ਚਰਚਾ ਕਰ ਲਈਏ ਓਨੀ ਥੋੜੀ ਹੈ। ਸਾਡਾ ਜਿਹੜਾ ਇਤਿਹਾਸ ਆ, ਜਿਹੜਾ ਸਾਡਾ ਫਲਸਫਾ ਹੈ, ਉਹਦੇ ਵਿੱਚ ਸ਼ਹੀਦ ਸ਼ਬਦ ਦੇ ਬਹੁਤ ਵੱਡੇ, ਬਹੁਤ ਹੀ ਜ਼ਿਆਦਾ ਸਤਿਕਾਰਤ ਜਿਹੜੇ ਨੇ ਅਰਥ ਨੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਹੋਰ ਬੇਅੰਤ ਸ਼ਹਾਦਤਾਂ ਪਾਉਣ ਵਾਲੇ ਸ਼ਹੀਦ ਸਾਡੇ ਇਤਿਹਾਸ ਦੇ ਵਿੱਚ ਬਹੁਤ ਵਿਲੱਖਣ ਤੇ ਵੱਡਾ ਸਤਿਕਾਰ ਦਾ ਪਾਤਰ ਨੇ। ਸਾਡੇ ਇਤਿਹਾਸ ਵਿੱਚ ਗੁਰੂ ਪਦ ਹੈ, ਗੁਰੂ ਤੋਂ ਅਗਲਾ ਸ਼ਬਦ ਸਾਡੇ ਇਤਿਹਾਸ ਵਿੱਚ ਸ਼ਹੀਦ ਹੈ। ਸੋ ਜਿਹੜੀ ਸ਼ਹਾਦਤ ਹੋਰਨਾਂ ਲੋਕਾਂ ਨੂੰ ਪ੍ਰੇਰਨਾ ਦੇਵੇ ਕਿ ਜੇ ਮਰੀਏ ਤਾਂ ਇਉਂ ਮਰੀਏ, ਜਿਹੜੀ ਸ਼ਹਾਦਤ ਹੋਰਨਾਂ ਸਿੱਖਾਂ ਨੂੰ ਸ਼ਹੀਦ ਹੋਣ ਦਾ ਚਾਅ ਪੈਦਾ ਕਰੇ, ਇਹੋ ਜਿਹੀ ਸ਼ਹਾਦਤ ਬਿਰਲਿਆਂ ਨੂੰ ਹੀ ਨਸੀਬ ਹੁੰਦੀ ਆ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਵਿੱਚੋਂ ਇੱਕ ਨੇ। ਹਰ ਸਾਲ 1984 ਤੋਂ ਬਾਅਦ ਜਦੋਂ ਇਹ ਜੂਨ ਦੇ ਦਿਨ ਆਉਂਦੇ ਆ ਤਾਂ ਘੱਲੂਘਾਰੇ ਦੀ ਯਾਦ
ਸਾਰੇ ਸੰਸਾਰ ਵਿੱਚ ਸਿੱਖ ਹਿਰਦਿਆਂ ਨੂੰ ਟੁੰਬਦੀ ਹੈ। 1984 ਤੋਂ ਇਸ ਘੱਲੂਘਾਰੇ ਨਾਲ ਸਿੱਖਾਂ ਦਾ ਜੋ ਨਾਤਾ ਹੈ ਉਹਦੇ ਵਿੱਚ ਕੁਝ ਵਿਸ਼ੇਸ਼ ਗੱਲਾਂ ਨੇ ਜਿਨ੍ਹਾਂ ਦਾ ਆਪਾਂ ਅੱਜ ਚਰਚਾ ਕਰਨਾ। ਸਭ ਤੋਂ ਅਹਿਮ ਤੇ ਸਭ ਤੋਂ ਜ਼ਰੂਰੀ ਨੁਕਤਾ ਜਿਹੜਾ ਹੈ ਉਹ ਇਹ ਹੈ ਕਿ ਭਾਰਤੀ ਹਕੂਮਤ ਨੇ ਟੈਂਕਾਂ, ਤੋਪਾਂ, ਬੰਬਾਂ ਦੇ ਨਾਲ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਜੋ ਤਬਾਹੀ ਮਚਾਈ, ਜੋ ਸ਼ਹਾਦਤਾਂ ਹੋਈਆਂ, ਜੋ ਉੱਥੇ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਕੰਪਲੈਕਸ ਦੀਆਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ, ਉਹ ਆਪਣੇ ਆਪ ਦੇ ਵਿੱਚ ਦਿੱਲੀ ਵਾਲੇ ਤੇ ਦਿੱਲੀ ਵਾਲਿਆਂ ਦੇ ਹਮਾਇਤੀ ਨਾਗਪੁਰ ਵਾਲੇ ਤੇ ਹੋਰ ਲੋਕ ਬੜੇ ਖੁਸ਼ ਹੋ ਸਕਦੇ ਹੈ ਕਿ ਅਸੀਂ ਆਪਦੇ ਵੱਲੋਂ ਜੰਗ ਜਿੱਤ ਲਈ, ਪਰ ਉਹ ਜਿੱਤ ਕੇ ਵੀ ਹਾਰ ਗਏ ਤੇ ਜਿਨ੍ਹਾਂ ਨੂੰ ਉਹ ਹਾਰੇ ਹੋਏ ਸਮਝਦੇ ਸੀ ਉਹ ਹਾਰ ਕੇ ਵੀ ਜਿੱਤ ਗਏ। ਅੱਜ ਦੁਨੀਆ ਭਰ ਦੇ ਵਿੱਚ ਇਸ ਘੱਲੂਘਾਰੇ ਦੌਰਾਨ ਜਾਨਾਂ ਗਵਾਉਣ ਵਾਲਿਆਂ ਨੂੰ ਨਾਇਕ ਤੇ ਸ਼ਹੀਦ ਮੰਨ ਕੇ ਜਿਵੇਂ ਸਤਿਕਾਰ ਕੀਤਾ ਜਾਂਦਾ ਹੈ, ਜਿਵੇਂ ਉਹਨਾਂ ਦਾ ਪਿਆਰ ਸਤਿਕਾਰ ਜਿਹੜਾ ਹੈ, ਉਹਨਾਂ ਦੀਆਂ ਫੋਟੋਆਂ ਲੱਭ ਕੇ ਸਾਰੇ ਸੰਸਾਰ ਦੇ ਵਿੱਚ ਲਾਈਆਂ ਜਾ ਰਹੀਆਂ ਨੇ, ਇਹ ਗੱਲ ਛੋਟੀ ਨਹੀਂ। ਦੁਸ਼ਮਣ ਨੂੰ ਚੈਨ ਨਹੀਂ ਆ ਰਹੀ ਕਿ ਅਸੀਂ ਇਹਨਾਂ ਨੂੰ ਮਾਰ ਸੁੱਟਿਆ, ਪਰ ਇਹ ਸਾਤੋਂ ਮਾਰੇ ਨਹੀਂ ਗਏ। ਉਹ ਜੋ ਲੜਦੇ ਸੀ ਉਹ ਸਰੀਰਕ ਰੂਪ ਵਿੱਚ ਬੇਸ਼ੱਕ ਖਤਮ ਹੋ ਗਏ, ਪਰ ਉਹ ਖਤਮ ਨਹੀਂ ਕੀਤੇ ਜਾ ਸਕੇ। ਉਹ ਅੱਜ ਵੀ ਹੈਗੇ, ਉਹ ਸ਼ਹੀਦ ਅੱਜ ਵੀ ਆਪਦੀ ਕੌਮ ਦੀ ਅਗਵਾਈ ਕਰ ਰਹੇ ਨੇ। ਅੱਜ ਵੀ ਉਹ ਸ਼ਹਾਦਤਾਂ ਸਿੱਖਾਂ ਨੂੰ ਜਿਉਣ ਦੀ, ਲੜਨ ਦੀ, ਮਰਨ ਦੀ, ਜੂਝਣ ਦੀ ਸਿੱਖਿਆ ਦੇ ਰਹੀਆਂ ਤੇ ਇਹ ਖਾਲਸੇ ਦੀ ਫਤਿਹ ਦਾ ਜਿਹੜਾ ਰਾਗ ਆ, ਇਹ ਦੁਸ਼ਮਣ ਨੂੰ ਇੰਨਾ ਜਲੀਲ ਕਰ ਰਿਹਾ, ਉਹਨੂੰ ਉਹਦੀ ਹਾਰ ਦਾ ਅਹਿਸਾਸ ਇੰਨੀ ਬੁਰੀ ਤਰ੍ਹਾਂ ਕਰਵਾ ਰਿਹਾ ਕਿ ਹਰ ਸਾਲ ਜਦੋਂ ਘੱਲੂਘਾਰੇ ਦੇ ਦਿਨ ਆਉਂਦੇ ਨੇ ਤਾਂ ਭਾਰਤੀ ਹਕੂਮਤੀ ਸਿਸਟਮ 2 ਮਹੀਨੇ ਪਹਿਲਾਂ ਪੱਬਾਂ ਭਾਰ ਹੋ ਜਾਂਦਾ, ਲੱਭਦਾ ਫਿਰਦਾ ਕਿ ਕਿੱਥੇ ਸਮਾਗਮ ਹੋਣੇ ਆ, ਕੀ ਕਰਨਗੇ ਸਿੱਖ, ਕਿਹਨੇ ਜਾਣਾ, ਕੀ ਉੱਥੇ ਤੁਹਾਡਾ ਪ੍ਰੋਗਰਾਮ ਹੈ। ਇਹ ਖਾਲਸੇ ਦੀ ਜਿੱਤ ਦਾ ਐਲਾਨ ਹੈ ਕਿ 34 ਵਰ੍ਹਿਆਂ ਬਾਅਦ ਵੀ 1984 ਤੋਂ 2020 ਤੱਕ 36 ਵਰ੍ਹਿਆਂ ਬਾਅਦ ਵੀ ਅੱਜ ਤੱਕ ਦੁਸ਼ਮਣ ਨੂੰ ਇਹੀ ਵਿਪਤਾ ਪਈ ਹੋਈ ਆ ਕਿ ਇਹਨਾਂ ਨੂੰ ਭੁਲਾਈਏ ਕਿਵੇਂ। ਇਹ ਭੁੱਲ ਜਾਣ ਤਾਂ, ਪਰ ਨਾ ਤਾਂ ਖਾਲਸਾ ਆਪਦੇ ਸ਼ਹੀਦਾਂ ਨੂੰ ਭੁੱਲਦਾ ਹੈ, ਨਾ ਆਪਦੇ ਦੁਸ਼ਮਣਾਂ ਨੂੰ ਭੁੱਲਦਾ। ਉਹਨਾਂ ਨੂੰ ਨਹੀਂ ਭੁੱਲੇਗਾ ਖਾਲਸਾ ਜਿਨ੍ਹਾਂ ਨੇ ਲੱਡੂ ਵੰਡੇ, ਭੰਗੜੇ ਪਾਏ, ਢੋਲ ਵਜਾਏ। ਤੇ ਖਾਲਸੇ ਦਾ ਇਹ ਨਾ ਭੁੱਲਣਾ ਹੀ ਉਹਨਾਂ ਨੂੰ ਚਿੰਤਾ 'ਚ ਪਾਈ ਰੱਖਦਾ। ਹਰ ਸਾਲ ਅਰਬਾਂ ਖਰਬਾਂ ਰੁਪਈਏ ਸਿੱਖਾਂ ਦੇ ਖਿਲਾਫ ਖਰਚੇ ਜਾਂਦੇ ਆ, ਸਿੱਖਾਂ ਦੀਆਂ ਵਫਾਦਾਰੀਆਂ ਖਰੀਦਣ ਉੱਤੇ, ਸਿੱਖਾਂ ਨੂੰ MLA MP ਸ਼੍ਰੋਮਣੀ ਕਮੇਟੀ ਮੈਂਬਰ ਬਣਾਉਣ ਦੀ ਸ਼ਰਤ ਉੱਤੇ। ਅੱਜ ਜਿੰਨੇ ਸਿਆਸੀ ਲੀਡਰ ਨੇ, ਜਿੰਨੇ ਸਰਕਾਰੀ ਗੈਰ ਸਰਕਾਰੀ, ਉਹ ਸਿੱਖ ਜਿਹੜੇ ਸਾਨੂੰ ਭੁੱਲ ਜਾਓ ਕਰਦੇ ਫਿਰਦੇ ਆ, ਉਹ ਸਾਰੇ ਸਾਧ ਬਾਬੇ ਜਿਹੜੇ ਸਿੱਖਾਂ ਨੂੰ ਪੁੱਠੇ ਰਾਹਾਂ ਤੇ ਤੋਰਦੇ ਆ, ਪਰ ਕਹਿੰਦੇ ਆ ਜੂਨ 84 ਦੀ ਗੱਲ ਨਾ ਕਰਿਓ। ਉਹ ਸਾਰੇ ਦੇ ਸਾਰੇ ਉਹ ਨੇ
जिन्हां नूं 50,000 महीना, 20,000 महीना, ਲੱਖ रुपया महीना ਜਾਂ ਕੋਈ ਅਹੁਦਾ ਜਾਂ ਕੋਈ ਲਾਲਚ ਦੇ ਕੇ ਖਰੀਦ ਲਿਆ। हर एक बंदे की कीमत हुंदी है, पर कुछ बंदे इहो ਜਿਹੇ ਹੁੰਦੇ ਆ ਜਿਹੜੇ ਵਿਕਦੇ नहीं, ਜਿਹੜੇ लिखते नहीं, ਜਿਹੜੇ मुकते नहीं ते मुकते नहीं। सो अज ਜਦੋਂ ਆਪਾਂ ਘੱਲੂਘਾਰੇ ਦੀ ਚਰਚਾ ਕਰਨ ਲੱਗੇ ਹਾਂ ਤਾਂ ਮੇਰੇ ਜ਼ਿਹਨ ਵਿੱਚ ਇਹ ਇੱਕ ਬੜਾ ਵੱਡਾ ਨੁਕਤਾ ਹੈ ਕਿ ਇਸ ਭਾਰਤੀ ਲੋਕਤੰਤਰ ਦੇ ਡੈਮੋਕ੍ਰੇਸੀ ਦੇ ਬੜੇ ਗੁਣ ਗਾ ਕੇ ਸਾਨੂੰ ਦੱਸਿਆ ਜਾਂਦਾ ਕਿ ਇਹ ਜੀ ਬੜੀ ਮਹਾਨ ਡੈਮੋਕ੍ਰੇਸੀ ਆ, ਬਹੁਤ ਵੱਡੀ ਗੱਲ ਆ ਜੀ, ਇਹ ਤਾਂ ਕਮਾਲ ਹੈ। ਪਰ ਇਹ ਜਿਹੜਾ ਘੱਲੂਘਾਰਾ ਵਾਪਰਿਆ ਇਹਦੇ ਵਿੱਚ ਬਹੁਤੇ ਜ਼ਿਆਦਾ ਸਿੱਖ ਅਫਸਰਾਂ ਨੂੰ ਵਰਤਿਆ ਗਿਆ ਸੀ। ਅੰਮ੍ਰਿਤਸਰ ਦਾ ਡੀਸੀ ਸਿੱਖਾਂ ਦੇ ਘਰੇ ਜੰਮਿਆ ਹੋਇਆ ਸੀ, ਭਾਰਤ ਦਾ ਰਾਸ਼ਟਰਪਤੀ ਸਿੱਖਾਂ ਦੇ ਘਰੇ ਜੰਮਿਆ ਹੋਇਆ ਸੀ, ਕੁਲਦੀਪ ਸਿੰਘ ਬਰਾੜ, ਜਨਰਲ ਦਿਆਲ, ਜਸਵੀਰ ਰੈਣਾ, ਹੋਰ ਬੜੇ ਸਿੱਖਾਂ ਦੇ ਘਰੇ ਜੰਮੇ ਹੋਏ ਸੀ। ਇਹ ਜਿਹੜੇ ਦੋ ਘੱਲੂਘਾਰੇ ਸਾਡੇ ਉੱਤੇ ਵਾਪਰੇ, ਇੱਕ ਵਾਰੀ ਲਖਪਤ ਰਾਏ ਦੀ ਕਮਾਂਡ ਹੇਠ, ਦੂਜੀ ਵਾਰ ਅਬਦਾਲੀ ਦੀ ਕਮਾਂਡ ਹੇਠ, ਉਹਨਾਂ ਦੋਨਾਂ ਘੱਲੂਘਾਰਿਆਂ ਦੇ ਮੌਕੇ ਜਿਹੜਾ ਸਾਡਾ ਦੁਸ਼ਮਣ ਸੀ, ਜਿਹਨੇ ਸਾਡੇ ਉੱਤੇ ਕਹਿਰ ਢਾਇਆ, ਘੱਲੂਘਾਰਾ ਵਪਰਾਇਆ, ਉਹ ਘੱਲੂਘਾਰਾ ਵਪਰਾਉਣ ਵਾਲਾ ਦੁਸ਼ਮਣ ਕੋਈ ਹੋਰ ਸੀ। ਉਹਦਾ ਸਾਡੇ ਨਾਲ ਕੋਈ ਜਾਤ ਦਾ, ਕੋਈ ਖੂਨ ਦਾ, ਕੋਈ ਧਰਮ ਦਾ ਕੋਈ ਰਿਸ਼ਤਾ ਨਹੀਂ ਸੀ ਤੇ ਇਹੋ ਜਿਹੇ ਦੁਸ਼ਮਣ ਨਾਲ ਲੜਨਾ ਸੌਖਾ ਹੁੰਦਾ। ਪਰ 1984 ਦੇ ਵਿੱਚ ਸਾਡੇ ਉੱਤੇ ਹਮਲਾ ਕਰਨ ਵਾਲੇ, ਘੱਲੂਘਾਰਾ ਵਪਰਾਉਣ ਵਾਲੇ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਸੀ। ਇਹ ਕਿਵੇਂ ਵਾਪਰ ਗਿਆ ਕਿ ਸਿੱਖਾਂ ਦੇ ਘਰੇ ਇਹੋ ਜਿਹੇ ਬੰਦੇ ਜੰਮੇ ਜਿਨ੍ਹਾਂ ਨੇ ਆਪਦੇ ਧਰਮ ਦੇ ਪਵਿੱਤਰ ਮੁਕੱਦਸ ਅਸਥਾਨ ਉੱਤੇ ਗੋਲਾਬਾਰੀ ਕਰਨ ਲੱਗਿਆਂ ਭੋਰਾ ਸ਼ਰਮ ਨਹੀਂ ਮੰਨੀ। ਉਹਨਾਂ ਲੋਕਾਂ ਦੇ ਬਾਰੇ ਖਾਲਸਾ ਪੰਥ ਨੇ ਜੋ ਫੈਸਲਾ ਲੈਣਾ ਸੀ ਉਹ ਨਹੀਂ ਲਿਆ ਜਾ ਸਕਿਆ, ਜਿਹੜਾ ਆਪਾਂ KPS ਗਿੱਲ ਦੇ ਵੇਲੇ ਲਿਆ। KPS ਗਿੱਲ ਦੇ ਮੌਕੇ ਪੰਥ ਨੇ ਫੈਸਲਾ ਕੀਤਾ ਕਿ ਕੋਈ ਵੀ ਸਿੱਖ ਇਹਦੀਆਂ ਰਸਮਾਂ 'ਚ ਸ਼ਾਮਲ ਨਹੀਂ ਹੋਏ। ਨਾਲ ਦੀ ਨਾਲ ਉਹ ਗੁਰਦੁਆਰਾ ਪੰਚਕੂਲੇ ਵਾਲੀ ਕਮੇਟੀ ਦੇ ਮੈਂਬਰ ਸਾਹਿਬਾਨ, ਪ੍ਰਬੰਧਕ ਸਾਹਿਬਾਨ, ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਰਣਜੀਤ ਸਿੰਘ ਡਿਆਲ ਦੇ ਬਰਸੀ ਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਨਾ ਕਰਕੇ ਇੱਕ ਨਵੀਂ ਪਿਰਤ ਨੂੰ ਜੀ ਆਇਆਂ ਕਿਹਾ, ਜਨਮ ਦਿੱਤਾ। ਸੋਸ਼ਲ ਮੀਡੀਆ ਉੱਤੇ ਆਪਾਂ ਸਾਰੇ ਪਿਛਲੇ ਦਿਨਾਂ ਤੋਂ ਚਰਚਾ ਕਰ ਰਹੇ ਹਾਂ, ਅੱਗੇ ਵੀ ਕਰਾਂਗੇ, ਪਰ ਮੇਰੀ ਇਹ ਦਿਲ ਦੀ ਇੱਕ ਵੇਦਨਾ ਹੈ ਕਿ ਜਿਨ੍ਹਾਂ ਨੇ ਸਿੱਖਾਂ ਦੇ ਘਰਾਂ 'ਚ ਜਨਮ ਲੈ ਕੇ ਆਪਦੇ ਧਰਮ ਦੇ ਅਸਥਾਨ ਉੱਤੇ ਹਮਲਾ ਕਰਨ ਵੇਲੇ ਸ਼ਰਮ ਨਹੀਂ ਮੰਨੀ, ਕਿ ਉਹਨਾਂ ਤੋਂ ਸਿੱਖ ਹੋਣ ਦਾ ਮਾਣ ਖੋਹ ਨਹੀਂ ਲੈਣਾ ਚਾਹੀਦਾ। ਕੀ ਕਦੇ ਸਿੱਖ ਜਗਤ ਸਮੁੱਚੇ ਰੂਪ ਦੇ ਵਿੱਚ ਇਹੋ ਜਿਹਾ ਕੋਈ ਫੈਸਲਾ ਕਰ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੇ ਆਪਰੇਸ਼ਨ ਵਿੱਚ ਹਿੱਸਾ ਲਿਆ ਹੈ, ਉਹਨਾਂ ਤੋਂ ਸਿੱਖ ਹੋਣ ਦਾ ਮਾਣ ਖੋਹਿਆ ਜਾਂਦਾ ਤੇ ਉਹਨਾਂ ਨੂੰ ਉਹਨਾਂ ਦੇ ਖੁਸ਼ੀ ਗਮੀ ਦੇ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਦਿੱਤਾ ਜਾਣਾ ਚਾਹੀਦਾ ਤੇ ਉਹਨਾਂ ਦੇ ਨਾਲ ਕਿਸੇ ਕਿਸਮ ਦਾ ਨਾਤਾ ਰਿਸ਼ਤਾ ਨਹੀਂ ਰੱਖਣਾ ਚਾਹੀਦਾ। ਜਿਹੜੇ ਲੋਕ ਉਸ ਫੌਜ ਦਾ ਹਿੱਸਾ ਬਣੇ ਰਹੇ
ਜਿਹੜੀ ਫੌਜ ਅਕਾਲ ਤਖਤ ਸਾਹਿਬ ਤੇ ਬੰਬਾਂ ਗੋਲੇ ਤੋਪਾਂ ਦੇ ਨਾਲ ਅਟੈਕ ਕਰਦੀ ਆ, ਉਹਨਾਂ ਨੂੰ ਵੀ ਉਹੀ ਮਾਣ ਸਤਿਕਾਰ ਮਿਲੇ ਤੇ ਜਿਨ੍ਹਾਂ ਧਰਮੀ ਫੌਜੀਆਂ ਨੇ ਉਸ ਹਮਲੇ ਦੀ ਖਬਰ ਸੁਣ ਕੇ ਬੈਰਕਾਂ ਛੱਡੀਆਂ, ਕਸ਼ਟ ਕੱਟੇ, ਉਹਨਾਂ ਨੂੰ ਵੀ ਉਹੀ ਬਿਹੇਵ, ਉਹੀ ਸਭ ਕੁਝ ਮਿਲੇ। ਉਹੀ ਰਾਗੀ ਢਾਡੀ, ਕਥਾਕਾਰ, ਪ੍ਰਚਾਰਕ, ਉਹੀ ਅਰਦਾਸੀਆ ਸਿੰਘ, ਉਹੀ ਕੀਰਤਨ ਵਾਲਾ, ਉਹੀ ਪਾਠ ਉਤੇ ਪੜ੍ਹਿਆ ਜਾਵੇ ਜਿਨ੍ਹਾਂ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ, ਤੇ ਉਹੀ ਸਭ ਕੁਝ ਉਹਨਾਂ ਫੌਜੀਆਂ ਲਈ ਕਰ ਲਈਏ ਜਿਨ੍ਹਾਂ ਨੇ ਬੰਬਾਰਮੈਂਟ ਕੀਤੀ। ਕੋਈ ਤਾਂ ਫਰਕ ਰੱਖਣਾ ਚਾਹੀਦਾ। ਉਹ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਬਾਦਲ ਦਲ ਵੱਲੋਂ ਥਾਪੇ ਹੋਏ ਨੇ, ਭਾਵੇਂ ਕਿ ਪੰਥ ਦੀ ਕੋਈ ਨਵੀਂ ਪ੍ਰਵਾਨਿਤ ਵਿਧੀ ਵਿਧਾਨ ਨਹੀਂ ਬਣਿਆ ਹੋਇਆ, ਪਰ ਉਹਨਾਂ ਨੂੰ ਚਾਹੀਦਾ ਜ਼ਰੂਰ ਹੈ ਕਿ ਜਿਨ੍ਹਾਂ ਫੌਜੀਆਂ ਨੇ ਅਕਾਲ ਤਖਤ ਸਾਹਿਬ ਦੇ ਉੱਪਰ ਅਟੈਕ ਕਰਨ ਵਾਲੀ ਫੌਜ ਦਾ ਹਿੱਸਾ ਬਣ ਕੇ ਆਪਦੇ ਇਸ਼ਟ ਉੱਤੇ ਗੋਲੇ ਭਰਾਏ ਨੇ, ਉਹਨਾਂ ਬਾਰੇ ਕੋਈ ਡਿਸੀਜਨ ਜ਼ਰੂਰ ਕਰ। ਇਹਦੇ ਵਿੱਚ ਕਈ ਤਰੀਕੇ ਹੁੰਦੇ ਆ। ਅਕਾਲ ਤਖਤ ਸਾਹਿਬ ਤੋਂ ਇਹ ਖੁੱਲ੍ਹਾ ਅਪੀਲ ਕੀਤੀ ਜਾ ਸਕਦੀ ਹੈ ਕਿ ਇੰਨੀ ਤਰੀਕ ਤੱਕ ਅਸੀਂ ਸਮੁੱਚੇ ਸਾਰੇ ਫੌਜੀਆਂ ਨੂੰ ਤੇ ਹੋਰਨਾਂ ਪਾਪੀਆਂ ਨੂੰ ਜਿਨ੍ਹਾਂ ਨੇ 1984 ਦੇ ਕਹਿਰ ਮੌਕੇ ਕਹਿਰ ਢਾਇਆ, ਕਹਿਰ ਢਾਉਣ ਵਾਲੀ ਧਿਰ ਦਾ ਹਿੱਸਾ ਬਣੇ ਆ, ਉਹਨਾਂ ਨੂੰ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ, ਖੁੱਲ੍ਹਾ ਮੌਕਾ ਦਿੰਦੇ ਹਾਂ ਕਿ ਆ ਕੇ ਆਪੋ ਆਪਦੀ ਗਲਤੀ ਦਾ ਅਹਿਸਾਸ ਕਰਨ ਤੇ ਅਕਾਲ ਤਖਤ ਸਾਹਿਬ ਤੇ ਭੁੱਲ ਬਖਸ਼ਾ ਲੈਣ। ਤੇ ਜਿਹੜੇ ਲੋਕ ਅਜੇ ਵੀ ਇਹ ਸਮਝਦੇ ਆ ਕਿ ਜੋ ਕੀਤਾ ਠੀਕ ਕੀਤਾ, ਦੁਬਾਰਾ ਮੌਕਾ ਮਿਲਿਆ ਫੇਰ ਕਰਾਂਗੇ, ਉਹਨਾਂ ਬਾਰੇ ਪੰਥ ਫੈਸਲਾ ਲੈ ਲਵੇ। ਸੋ ਇਹ ਬੜਾ ਇਤਿਹਾਸਕ ਕਦਮ ਹੈ ਤੇ ਇਹ ਆਪਾਂ ਮੰਨ ਲਈਏ ਕਿ ਜੇਕਰ ਪੰਥ ਨੇ ਸਿੱਖਾਂ ਦੇ ਕਾਤਲਾਂ ਨੂੰ ਉਹੀ ਮਾਣ ਸਤਿਕਾਰ ਤੇ ਉਹੀ ਸਟੇਟਸ ਦੇਣਾ ਹੈ ਜਿਹੜਾ ਸਿੱਖੀ ਦੇ ਲਈ ਜਾਨਾਂ ਵਾਰਨ ਵਾਲਿਆਂ ਨੂੰ ਮਿਲਦਾ ਹੈ, ਤਾਂ ਇਹ ਸਾਡੇ ਲਈ ਇਤਿਹਾਸਕ ਤੌਰ ਦੇ ਉੱਤੇ ਇੱਕ ਨਵੀਂ ਗੁੰਝਲ ਪੈਦਾ ਕਰੇ। ਪਿਛਲੀਆਂ ਸਦੀਆਂ ਵਿੱਚ ਇਦਾਂ ਕਦੇ ਨਹੀਂ ਵਾਪਰਿਆ। ਸਿੱਖਾਂ ਦੀਆਂ ਮਿਸਲਾਂ ਮੌਕੇ ਆਪਸ ਵਿੱਚ ਹੀ ਟਕਰਾਅ ਹੁੰਦੇ ਰਹੇ ਆ। ਹੋਰ ਵੀ ਕਈ ਕਾਰਨਾਂ ਕਰਕੇ ਸਿੱਖਾਂ ਦੇ ਟਕਰਾਅ ਹੁੰਦੇ ਰਹੇ, ਪਰ ਕਿਸੇ ਹਕੂਮਤ ਵੱਲੋਂ, ਕਿਸੇ ਸਲਤਨਤ ਵੱਲੋਂ ਅਕਾਲ ਤਖਤ ਸਾਹਿਬ ਨੂੰ ਢਾਉਣ ਦੇ ਲਈ ਸਿੱਖ ਫੌਜੀ ਆਉਣ, ਇਹ ਗੱਲ ਨਹੀਂ। ਕੀ ਇਹਨਾਂ ਸਿੱਖ ਫੌਜੀਆਂ ਨੂੰ ਇੰਨੀ ਵੀ ਇਜਾਜ਼ਤ ਨਹੀਂ ਸੀ, ਇਹਨਾਂ ਦੀ ਜ਼ਮੀਰ ਇੰਨੀ ਹੋਈ ਗਰਕੀ ਹੋਈ ਸੀ ਕਿ ਇਹ ਵੀ ਨਹੀਂ ਕਹਿ ਸਕੇ ਕਿ ਇਹ ਪਾਪ ਸਾਤੋਂ ਨਹੀਂ ਹੋਣਾ। ਅੱਜ ਸਾਰੇ ਸੰਸਾਰ ਦੇ ਵਿੱਚ ਇੱਕ ਚਰਚਾ ਹੋ ਰਹੀ ਆ। ਉਹ ਚਰਚਾ ਇਹ ਹੋ ਰਹੀ ਆ ਕਿ ਅਮਰੀਕਾ ਦੇ ਵਿੱਚ ਜੋ ਪਿਛਲੇ ਦਿਨੀ ਮਾਹੌਲ ਬਣਿਆ, ਬੜੀ ਹਿੰਸਾ, ਬੜਾ ਕੁਝ ਹੋਇਆ। ਅਖੀਰ ਉੱਥੇ ਜਿਹੜੇ ਫੈਸਲੇ ਲਏ ਗਏ ਸਾਰੇ ਹਿੰਸਾ ਨੂੰ ਸ਼ਾਂਤ ਕਰਨ ਦੇ ਲਈ, ਉਹ ਆਪਾਂ ਸਾਰਿਆਂ ਨੇ ਦੇਖੇ ਕਿ ਕਿਵੇਂ ਉੱਥੋਂ ਦੇ ਪੁਲਿਸ ਵਾਲਿਆਂ ਨੇ ਜਿਹੜੇ ਗੁੱਸੇ 'ਚ ਸੀ ਲੋਕ, ਰੋਹ ਵਿੱਚ ਆਏ ਹੋਏ ਲੋਕ ਸੀ, ਉਹਨਾਂ ਨੂੰ ਸ਼ਾਂਤ ਕਰਨ ਦੇ ਲਈ, ਸਾਡੇ ਲੋਕਾਂ ਲਈ ਤਾਂ ਸਾਡੇ ਜਿਸ ਖਿੱਤੇ 'ਚ ਅਸੀਂ ਜਿਹੋ ਜਿਹੀ ਪੁਲਿਸ ਨਾਲ, ਜਿਹੋ ਜਿਹੀ ਖਾਕੀ ਵਰਦੀ ਨਾਲ, ਜਿਹੋ ਜਿਹੇ ਜ਼ਾਲਮ ਤੇ ਬੁੱਚੜ ਲੋਕਾਂ ਨਾਲ ਸਾਡਾ ਵਾਹ ਪੈਂਦਾ, ਸਾਡੇ ਲਈ ਤਾਂ ਉਹ ਚਮਤਕਾਰ ਆ। ਚਮਤਕਾਰ ਤੋਂ ਵੀ ਵੱਡੀ ਗੱਲ ਆ ਕਿ ਕਿਵੇਂ ਉਹ ਉਹਨਾਂ ਲੋਕਾਂ ਦੇ ਸਾਹਮਣੇ ਗੋਡਿਆਂ ਭਾਰ ਹੋ ਕੇ ਉਹਨਾਂ ਤੋਂ ਸੌਰੀ ਫੀਲ ਕਰ ਰਹੇ, ਮਾਫੀ ਮੰਗ ਰਹੇ।
ਤੇ ਵਾਕਿਆ ਹੀ ਉਸ ਤੋਂ ਬਾਅਦ ਵਿੱਚ ਮਾਹੌਲ ਵਿੱਚ ਬਹੁਤ ਵੱਡਾ ਮੋੜਾ ਪਿਆ। ਇਹ ਗੱਲ ਤਾਂ ਆਪਣੀ ਥਾਂ ਤੇ ਹੈ। ਵੱਡੀ ਗੱਲ ਇਹ ਹੈ ਕਿ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਟਰੰਪ ਨੇ ਸੂਬਿਆਂ ਦੇ ਜਿਹੜੇ ਗਵਰਨਰ ਸੀ ਉਹਨਾਂ ਨੂੰ ਕਿਹਾ ਕਿ ਸਖਤੀ ਕਰੋ, ਸਖਤੀ ਕਰੋ, ਸਖਤੀ ਕਰੋ, ਤਾਂ ਜਿਹੜੇ ਮੁਜ਼ਾਹਰਾਕਾਰੀ ਸੀ ਉਹ ਹੋਰ ਵੱਧ ਤਲਖ ਹੋ ਕੇ ਹੋਰ ਵੱਧ ਲੁੱਟ ਖਸੁੱਟ ਦਾ ਮਾਹੌਲ ਬਣਦਾ ਗਿਆ। ਤੇ ਇਹੋ ਜਿਹੇ ਮਾਹੌਲ ਦੇ ਵਿੱਚ ਹੂਸਟਨ ਜਿਹੜਾ ਹੈ ਟੈਕਸਸ ਸ਼ਹਿਰ ਦਾ ਪੁਲਿਸ ਮੁਖੀ ਟਰੰਪ ਨੂੰ ਕਹਿੰਦਾ ਵੀ ਜੇ ਤੂੰ ਕੋਈ ਚੱਜ ਦੀ ਗੱਲ ਨਹੀਂ ਕਰ ਸਕਦਾ ਤਾਂ ਮੂੰਹ ਬੰਦ ਰੱਖਿਆ ਕਰ। ਹੁਣ ਏਡੀ ਵੱਡੀ ਗੱਲ ਇੱਥੋਂ ਦਾ ਕੋਈ ਪੁਲਿਸ ਅਫਸਰ ਜਾਂ ਇੱਥੋਂ ਦਾ ਕੋਈ ਫੌਜ ਦਾ ਮੁਖੀ ਆਪਦੇ ਮੁਲਕ ਦੇ ਰਾਸ਼ਟਰਪਤੀ ਨੂੰ, ਪ੍ਰਧਾਨ ਮੰਤਰੀ ਨੂੰ ਜਾਂ ਕਿਸੇ ਹੋਰ ਨੂੰ ਕਹਿ ਸਕਦਾ? ਜ਼ਰੂਰਤ ਹੀ ਨਹੀਂ ਹੈ। ਲੋਕਤੰਤਰ ਆ ਹੁੰਦਾ। ਅਮਰੀਕਾ ਨੇ ਦਿਖਾਇਆ ਕਿ ਲੋਕਤੰਤਰ ਕੀ ਹੁੰਦਾ। ਆ ਜਿਹੜੇ ਕੁਲਦੀਪ ਬਰਾੜ ਵਰਗੇ, ਜਨਰਲ ਦਿਆਲ ਵਰਗੇ, ਜਸਵੀਰ ਰੈਣੇ ਵਰਗੇ ਤੇ ਹੋਰ ਸਾਰੇ ਸਿੱਖਾਂ ਦੇ ਘਰੇ ਜਨਮ ਲੈ ਕੇ ਅਕਾਲ ਤਖਤ ਸਾਹਿਬ ਤੇ ਬੰਬਾਂ, ਤੋਪਾਂ, ਗੋਲਿਆਂ ਦੇ ਨਾਲ ਹਮਲਾ ਕਰਨ ਆਏ, ਇਹਨਾਂ ਚੋਂ ਕਿਸੇ 'ਚ ਏਡੀ ਜ਼ਰੂਰਤ ਨਹੀਂ ਸੀ, ਕਿਉਂਕਿ ਇੱਥੋਂ ਦੇ ਲੋਕਤੰਤਰ ਦੇ ਵਿੱਚ ਇਹ ਬਹੁਤ ਵੱਡਾ ਨੁਕਸ ਵਾ ਕਿ ਇੱਥੇ ਤਾਂ ਜੈਸ ਸਰ ਹੀ ਕਹਿਣਾ ਪੈਂਦਾ। ਇਹੋ ਜਿਹੀ ਭਾਰਤੀ ਹਕੂਮਤੀ ਮਸ਼ੀਨਰੀ ਦੇ ਵਿੱਚ ਆਪਦੀ ਜ਼ਮੀਰ ਦੇ ਉਲਟ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਲੋਕਾਂ ਨੂੰ। ਬਹੁਤ ਇਹੋ ਜਿਹੇ ਪੁਲਿਸ ਵਾਲੇ, ਬਹੁਤ ਸਾਰੇ ਹੋਰ ਅਧਿਕਾਰੀ ਜਦੋਂ ਰਿਟਾਇਰ ਹੋਣ ਤੋਂ ਬਾਅਦ ਲਿਖਦੇ ਆ ਤੇ ਲੋਕ ਮਿਹਣੇ ਮਾਰਦੇ ਆ, ਤੁਸੀਂ ਉਦੋਂ ਤਾਂ ਬੋਲੇ ਨਹੀਂ, ਹੁਣ ਤੁਸੀਂ ਆ ਕੇ ਇੱਥੇ 40 ਸਾਲ ਬਾਅਦ ਕਹਿੰਦੇ ਹੋ ਜੀ ਅਸੀਂ ਸੱਚ ਬੋਲਣਾ। ਸੋ ਡੈਮੋਕ੍ਰੇਸੀ ਕੀ ਹੁੰਦੀ ਹੈ ਇਹ ਅਮਰੀਕਾ ਨੇ ਦਿਖਾਇਆ। ਤੇ ਇੱਥੇ ਤਾਂ ਉਹ ਬੰਦੇ ਜਿਨ੍ਹਾਂ ਨੇ ਇੰਨੀ ਗੱਲ ਕਹੀ ਕਿ ਜਿਹੜੀ ਆਰਮੀ ਆ ਉਹ ਆਪਦੇ ਮੁਲਕ ਦੇ ਲੋਕਾਂ ਨੂੰ ਕਤਲ ਕਰਨ ਲਈ ਨਹੀਂ ਹੁੰਦੀ। ਆਰਮੀ ਦਾ ਕੰਮ ਮੁਲਕ ਦੇ ਬਾਹਰੋਂ ਹਮਲਿਆਂ ਦੇ ਮੌਕੇ ਹੁੰਦਾ। ਤੇ ਇਸ ਹਮਲੇ ਮੌਕੇ ਵਰਤੀ ਗਈ ਆਰਮੀ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਇੰਡੀਅਨ ਸਿਸਟਮ ਸਾਨੂੰ ਆਪਦਾ ਦੁਸ਼ਮਣ ਐਲਾਨੀਆ ਤੌਰ ਤੇ ਐਲਾਨ ਚੁੱਕਿਆ। ਤੇ ਹੁਣ ਖਾਲਸੇ ਨੇ ਆਪਦੀ ਮੰਜ਼ਿਲ ਵੱਲ ਅੱਗੇ ਵਧਣਾ। ਤੇ ਹਰ ਸਾਲ 6 ਜੂਨ ਵਾਲੇ ਦਿਨਾਂ ਦੇ ਵਿੱਚ ਜਦੋਂ ਭਾਰਤੀ ਹਕੂਮਤੀ ਪੁਲਿਸ ਤੇ ਹੋਰ ਜਿਹੜੀਆਂ ਏਜੰਸੀਆਂ ਨੇ ਉਹ ਲੱਭਦੀਆਂ ਫਿਰਦੀਆਂ ਹੁੰਦੀਆਂ ਸਿੱਖਾਂ ਨੂੰ ਕਿ ਤੁਸੀਂ ਭਾਈ ਕੀ ਕਰਨਾ, ਉਦਣ ਕੀ ਪ੍ਰੋਗਰਾਮ ਆ ਤੁਹਾਡਾ, ਉਦੋਂ ਫਿਰ ਇਹ ਮੰਨ ਲਿਆ ਕਰੀਏ ਆਪਾਂ ਕਿ ਉਹਨਾਂ ਨੂੰ ਅੱਜ ਵੀ ਸਾਡੇ ਸਾਰਿਆਂ ਦੇ ਵਿੱਚੋਂ ਜੂਨ 84 ਵਾਲੇ ਉਹ ਜੁਝਾਰੂ ਦਿਖਦੇ ਆ ਜਿਨ੍ਹਾਂ ਨੇ ਮੁੱਠੀ ਭਰ ਹੋਣ ਦੇ ਬਾਵਜੂਦ 6 ਦਿਨ ਉਸ ਇੰਡੀਅਨ ਆਰਮੀ ਨੂੰ ਅਕਾਲ ਤਖਤ ਸਾਹਿਬ ਤੱਕ ਪਹੁੰਚਣ ਨਹੀਂ ਸੀ ਦਿੱਤਾ। ਜਿਹੜੀ ਇੰਡੀਅਨ ਆਰਮੀ ਦੇ ਅਫਸਰ ਕਹਿੰਦੇ ਸੀ ਵੀ 4-5 ਘੰਟਿਆਂ ਦੇ ਅੰਦਰ ਭਿੰਡਰਾਂ ਵਾਲੇ ਨੂੰ ਬਸ ਅਸੀਂ ਇਹ ਹੋਰ ਸਾਰਿਆਂ ਨੂੰ ਕਾਬੂ ਕਰ ਲੈਣਾ। ਸੋ ਜੇਕਰ ਅੱਜ ਵੀ ਇੰਡੀਅਨ ਸਟੇਟ ਸਿਸਟਮ ਨੂੰ ਹਰੇਕ ਸਿੱਖ ਦੇ ਵਿੱਚੋਂ ਜੂਨ 84 ਵਾਲੇ ਯੋਧੇ ਦਿਖਦੇ ਨੇ ਤਾਂ ਇਸ ਮੌਕੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਆਪਦੀਆਂ ਜਿਹੜੀਆਂ ਅੰਦਰਲੀਆਂ ਕਮਜ਼ੋਰੀਆਂ ਨੇ, ਘਾਟਾਂ ਨੇ, ਇਹਨਾਂ ਨੂੰ ਤਿਆਗੀਏ ਤੇ ਪੰਥ ਦੇ ਸੱਚੇ ਸੁੱਚੇ ਸੇਵਾਦਾਰ ਬਣੀਏ। ਕੰਮ ਆਪਣੇ ਸਾਹਮਣੇ ਦੋਨੇ ਤਰ੍ਹਾਂ ਦੇ ਹੀ ਹੈਗੇ ਆ। ਜੇ ਕਿਸੇ ਨੇ ਉਹ ਚੱਜ ਫੜਨਾ, ਉਹ ਕੰਮ ਕਰਨੇ ਆ ਜਿਨ੍ਹਾਂ ਦੇ ਨਾਲ ਸਿੱਖ ਸੰਘਰਸ਼ ਨੂੰ ਠੇਸ ਪਹੁੰਚੇ, ਸਿੱਖੀ ਦੀ ਚੜ੍ਹਦੀ ਕਲਾ ਹੋਣ ਦੀ ਬਜਾਏ ਢਹਿੰਦੀ ਕਲਾ ਬਣੇ, ਤੇ ਸਿੱਖ ਜਿਹੜੇ ਹਿਰਦੇ ਆ ਉਹਨਾਂ 'ਚ ਨਿਰਾਸ਼ਾ ਵਧੇ, ਸਿੱਖਾਂ 'ਚ ਪਾਟੋ ਧਾੜ ਤੇ ਕਲੇਸ਼ ਵਧੇ,
ਸਿੱਖਾਂ ਦੇ ਵਿੱਚ ਇੱਕ ਦੂਜੇ ਨੂੰ ਨਿੰਦਣ ਭੰਡਣ ਦਾ, ਇੱਕ ਦੂਜੇ ਨੂੰ ਗਾਲਾਂ ਕੱਢਣ ਦਾ ਮਾਹੌਲ ਬਣੇ, ਉਹ ਕੁਝ ਵੀ ਕੀਤਾ ਜਾ ਸਕਦਾ। ਤੇ ਜੇ ਕਿਸੇ ਨੇ ਇਹ ਸੋਚ ਲਿਆ ਕਿ ਗੱਲਾਂ ਤਾਂ ਦੂਜੀਆਂ ਵੀ ਬਹੁਤ ਜ਼ਰੂਰੀ ਨੇ, ਮਸਲੇ ਬੜੇ ਜ਼ਰੂਰੀ ਨੇ, ਕਲੇਸ਼ ਬੜੇ ਅਹਿਮ ਨੁਕਤਿਆਂ ਉੱਤੇ ਹੋ ਰਹੇ ਨੇ, ਪਰ ਇਸ ਮੌਕੇ ਮੇਰੀ ਕੌਮ ਗੁਲਾਮ ਆ ਤੇ ਸਾਡੇ 'ਚ ਨੁਕਸ ਬਥੇਰੇ ਨੇ, ਸਾਡੀਆਂ ਵਰਕਿੰਗ ਦੇ ਵਿੱਚ, ਸਾਡੀਆਂ ਜਥੇਬੰਦੀਆਂ 'ਚ, ਸਾਡੇ ਸਿਸਟਮ ਦੇ ਵਿੱਚ ਬੜਾ ਗਲਤ ਹੈ, ਪਰ ਇਸ ਮੌਕੇ ਮੈਨੂੰ ਇਹ ਚੀਜ਼ ਵਾਰਾ ਨਹੀਂ ਖਾਂਦੀ। ਇਸ ਮੌਕੇ ਇੱਕੋ ਚੀਜ਼ ਵਾਰਾ ਖਾਂਦੀ ਆ ਕਿ ਮੈਂ ਆਪਦੀ ਕੌਮ ਦਾ ਆਜ਼ਾਦ ਕੌਮੀ ਘਰ ਸਿਰਜਣਾ, ਖਾਲਿਸਤਾਨ ਸਿਰਜਣਾ। ਕਲੇਸ਼ ਤਾਂ ਬਹੁਤ ਹੁੰਦੇ ਆ ਘਰਾਂ 'ਚ ਵੀ ਹੁੰਦੇ। ਉਸ ਮੌਕੇ ਆਪਾਂ ਇਹ ਸੋਚਦੇ ਆ ਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਆਹ ਕੰਮ। ਪਰ ਆਪਣੀ ਬਦਕਿਸਮਤੀ ਕਿ ਆਪਣੇ ਵਿੱਚ ਇਹ ਬਿਮਾਰੀ ਬਹੁਤ ਵੱਧ ਰਹੀ ਹੈ, ਖਾਸ ਤੌਰ 'ਤੇ ਸਿੱਖ ਨੌਜਵਾਨੀ ਨੂੰ ਬੜੇ ਇਮੋਸ਼ਨਲ, ਬਹੁਤ ਹੀ ਜ਼ਿਆਦਾ ਭਾਵਕ ਕਰਨ ਵਾਲੇ ਮੁੱਦਿਆਂ ਉੱਤੇ ਉਲਝਾ ਕੇ ਕੌਮ ਦੀ ਆਜ਼ਾਦੀ ਲਈ ਲੜਨ ਦੀ ਬਜਾਏ ਉਹਨਾਂ ਨੂੰ ਆਪਸ ਵਿੱਚ ਹੀ ਲੜਾਉਣ ਦਾ ਮਾਹੌਲ ਤਿਆਰ ਹੋ ਰਿਹਾ। ਕਿਸੇ ਨੂੰ ਲੱਗਦਾ ਕਿ ਜੇ ਢੱਡੀਆਂ ਵਾਲੇ ਨੂੰ 4 ਗਾਲਾਂ ਨਾ ਕੱਢੀਆਂ ਤਾਂ ਸਰਨਾ ਨਹੀਂ। ਕਿਸੇ ਨੂੰ ਲੱਗਦਾ ਕਿ ਢੱਡੀਆਂ ਵਾਲਿਆਂ ਨੂੰ, ਗਾਲਾਂ ਕੱਢਣ ਵਾਲਿਆਂ ਨੂੰ ਜੇ ਗਾਲਾਂ ਨਾ ਕੱਢੀਆਂ ਤਾਂ ਸਰਨਾ ਨਹੀਂ। ਕਿਸੇ ਨੂੰ ਲੱਗਦਾ ਕਿ ਫਲਾਣੇ ਗਾਉਣ ਵਾਲੇ ਦਾ ਆਪਦੀ ਘਰਵਾਲੀ ਨਾਲ ਕਲੇਸ਼ ਪੈ ਗਿਆ, ਇਹੀ ਬਹੁਤ ਵੱਡਾ ਮਸਲਾ। ਕਿਸੇ ਨੂੰ ਲੱਗਦਾ ਹੈ ਬਈ ਜੇ ਟਕਸਾਲ ਵੱਲ ਨੂੰ ਮੂੰਹ ਕਰਕੇ ਨਾ ਭੌਂਕੇ ਤਾਂ ਗੱਲ ਨਹੀਂ ਬਣਨੀ। ਕਿਸੇ ਨੂੰ ਲੱਗਦਾ ਹੈ ਬਈ ਜੇਕਰ ਨੇਕੀ ਨੂੰ ਨਾ ਸੁਣਿਆ ਤਾਂ ਪਤਾ ਨਹੀਂ ਕੱਲ੍ਹ ਨੂੰ ਦਿਨ ਹੀ ਨਹੀਂ ਚੜ੍ਹਨਾ। ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਇਹ ਜਿਹੜਾ ਮਾਹੌਲ ਆ, ਇਹ ਮਾਹੌਲ ਸਾਡੀ ਕੌਮ ਦੇ ਹਾਂ ਪੱਖੀ ਵਰਤਾਰਿਆਂ ਦੇ ਉਲਟ ਆ। ਇਹ ਸਟੇਟ ਸਪੋਂਸਰਡ ਬੰਦਿਆਂ ਨੂੰ ਫਿੱਟ ਬੈਠਣਾ। ਸਾਨੂੰ ਉਹ ਮਾਹੌਲ ਚਾਹੀਦਾ। ਜਦੋਂ ਅਸੀਂ ਇਹ ਮੰਨੀਏ, ਮੈਂ ਮੰਨਾਂ ਕਿ ਜਿਹੜਾ ਨੁਕਤਾ ਮੇਰੇ ਨਾਲ ਦੇ ਸੱਜਣ ਨੇ ਉਠਾਇਆ ਇਹ ਜ਼ਰੂਰੀ ਤਾਂ ਬਹੁਤ ਹੈ, ਅਹਿਮ ਤਾਂ ਬੜਾ, ਪਰ ਹਾਲ ਦੀ ਘੜੀ ਜੇ ਇਹਦੇ ਤੇ ਬਹਿਸ ਪਏ ਫਿਰ ਸਾਡੀ ਲੜਾਈ ਦੇ, ਸਾਡੀ ਜਿਹੜੀ ਸੰਘਰਸ਼ ਆ, ਸਾਡਾ ਜੱਦੋ ਜਹਿਦ ਆ ਜਿਹੜੀ, ਉਹਦੇ ਉੱਤੇ ਫਰਕ ਪਏਗਾ। ਸੋ ਅੱਜ ਦੀ ਘੜੀ ਇਹ ਮੁੱਦੇ ਛੱਡ ਦਿੰਦੇ। ਬਾਬਾ ਜਰਨੈਲ ਸਿੰਘ ਦੇ ਵੇਲੇ ਵੀ ਬੜੇ ਮੁੱਦੇ ਸੀ, ਉਹਨਾਂ ਮੁੱਦਿਆਂ ਨੂੰ ਉਹਨਾਂ ਨੇ ਲਾਂਭੇ ਛੱਡ ਕੇ, ਐਵੇਂ ਨਹੀਂ ਸੀ ਉਹਨੇ ਭਾਈ ਸਵਰਨ ਸਿੰਘ ਰੋਡੇ, ਜਿਹੜਾ ਲਾਲਾ ਜਗਤ ਨਾਰਾਇਣ ਨੂੰ ਸੋਧਾ ਲਾਉਣ ਵਾਲਿਆਂ ਚੋਂ ਹੀਰੋ ਬੰਦਾ ਸੀ, ਸਗਾ ਭਤੀਜਾ ਸੀ ਮਹਾਂਪੁਰਸ਼ਾਂ, ਬਾਬਾ ਜੀ ਨੇ ਡਾਂਗ ਫੜ ਕੇ ਇੱਥੇ ਅਕਾਲ ਤਖਤ ਸਾਹਿਬ ਦੇ ਕੋਲੇ ਇੱਥੇ ਕਟਾਪਾ ਚਾੜਿਆ ਸੀ। ਤੂੰ ਰਾਗਮਾਲਾ ਅਕਾਲ ਤਖਤ ਤੇ ਕਿਉਂ ਪੜੀ? ਮਰਿਆਦਾ ਦੇ ਮਸਲਿਆਂ 'ਚ ਸਾਨੂੰ ਕਿਉਂ ਉਲਝਾਉਣਾ? ਅਸੀਂ ਹੋਰ ਲੜਾਈ ਲੜਨੀ, ਸਾਡੇ ਨਿਸ਼ਾਨੇ ਵੱਡੇ। ਸੋਢੀ ਵਰਗਾ ਸੂਰਮਾ ਸ਼ਹੀਦ ਕਰਤਾ ਤਾਂ ਵੀ ਬਾਬਾ ਜਰਨੈਲ ਸਿੰਘ ਨੇ ਕਿਹਾ ਸਾਡੀ ਲੜਾਈ ਦਿੱਲੀ ਨਾਲ, ਅਸੀਂ ਦਿੱਲੀ ਨਾਲ ਲੜਨਾ, ਇਹ ਨਿੱਕੇ ਮਸਲਿਆਂ 'ਚ ਨਹੀਂ ਉਲਝਣਾ। ਕੀ ਉਸ ਮੌਕੇ ਤਕਰਾਰ ਨਹੀਂ ਸੀ? ਬੜਾ ਅਜੀਬੋ-ਗਰੀਬ ਮਾਹੌਲ ਬਣ ਗਿਆ ਸੀ ਭਾਈ ਸੋਢੀ ਦੇ ਮਰਡਰ ਤੋਂ ਲੈ ਕੇ ਜੂਨ ਮਹੀਨੇ ਤੱਕ। ਪਰ ਮਹਾਂਪੁਰਸ਼ਾਂ ਨੇ ਨਿਸ਼ਾਨਾ ਇੱਕੋ ਰੱਖਿਆ ਕਿ ਲੜਾਈ ਜਿਹੜੀ ਆ ਉਹ ਦਿੱਲੀ ਦਰਬਾਰ ਨਾਲ। ਇਹ ਜਿਹੜੇ ਟੁੱਚਲ ਜਿਹੇ ਮਸਲੇ ਨੇ, ਇਹ ਜਿਹੜੇ ਬੇਕਾਰ ਜੀਆਂ ਗੱਲਾਂ ਤੇ ਮਰਨਾ ਮਰਾਉਣਾ, ਲੜਨਾ ਲੜਾਉਣਾ, ਇਹਦਾ ਕੋਈ ਅਰਥ ਨਹੀਂ। ਤੇ ਰਿਜ਼ਲਟ ਇਹ ਨਿਕਲਿਆ ਕਿ ਅੱਜ ਉਸ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਉਹ ਵੀ ਇੱਜ਼ਤ ਕਰਦੇ ਆ ਜਿਹੜੇ ਉਹਨਾਂ ਦੇ ਜਿਉਂਦੇ ਜੀ ਮੁਖਾਲਫ ਸੀ, ਵਿਰੋਧੀ ਸੀ। ਚੇਤੇ ਕਰੋ 1990 ਦਾ ਕੰਮ, 1990-91 ਦੇ ਵਿੱਚ ਫਿਰ ਵਿਵਾਦ ਉੱਠਿਆ, ਮਹਿਲਾ ਬੋਲਣਾ ਕਿ ਮਹੱਲਾ ਬੋਲਣਾ। ਬਾਣੀ ਦੇ ਵਿੱਚ ਆਉਂਦਾ ਨਾ, ਮਹੱਲਾ ਬੋਲਣਾ ਕਿ ਮਹਿਲਾ ਬੋਲਣਾ। ਰਾਗਮਾਲਾ ਬਾਣੀ ਹੈ ਕਿ ਨਹੀਂ? ਤੇ ਸਿਆਣੇ ਭਾਈਆਂ ਨੇ ਉਦੋਂ ਵੀ ਕਿਹਾ, ਸਾਡੇ ਵੱਡੇ, ਸਾਡੇ ਸੀਨੀਅਰ, ਖਬਰਦਾਰ ਜੇ ਅੱਜ ਤੋਂ ਬਾਅਦ ਕਿਸੇ ਨੇ ਇਹ ਵਿਵਾਦਗ੍ਰਸਤ ਮੁੱਦਿਆਂ ਦੇ ਉੱਤੇ ਚਰਚਾ ਛੇੜੀ। 1999-90 ਦੀਆਂ ਅਖਬਾਰਾਂ ਦੇ ਵਿੱਚ ਛਪੇ ਹੋਏ
ਜੁਝਾਰੂ ਜਥੇਬੰਦੀਆਂ ਦੇ ਉਹ ਬਿਆਨ ਇਸ ਗੱਲ ਦੀ ਗਵਾਹੀ ਦਿੰਦੇ ਆ ਕਿ ਉਹ ਸਾਡੇ ਬਹੁਤ ਭਰਾ ਸਿਆਣੇ ਸੀ। ਉਹਨਾਂ ਨੇ ਕਿਹਾ ਕਿ ਸਾਨੂੰ ਆਪਸ ਵਿੱਚ ਹੀ ਲੜਾ ਕੇ ਮਰਵਾਉਣ ਲਈ ਇਹ ਮੁੱਦੇ ਉਭਾਰੇ ਜਾ ਰਹੇ, ਛੱਡ ਦਿਓ ਉਹਨਾਂ ਮੁੱਦਿਆਂ। ਅੱਜ ਸਾਡੇ ਵਿੱਚ ਸਿਆਣਾ ਉਹਨੂੰ ਮੰਨਿਆ ਜਾਂਦਾ ਜਿਹੜਾ ਲੜਾਉਣ ਵਾਲੀ ਗੱਲ ਕਰੇ, ਜਿਹੜਾ ਆਪਸ ਵਿੱਚ ਹੀ ਸਾਡੇ ਜੁੰਡੇ ਪਟਾਵੇ ਇੱਕ ਦੂਜੇ ਤੋਂ ਨਾ, ਉਹ ਕਹਿੰਦੇ ਬਹੁਤ ਸਿਆਣਾ। ਹਰ ਉਸ ਸਿੱਖ ਜਥੇਬੰਦੀ ਨੂੰ ਭੰਡਣਾ, ਹਰ ਉਸ ਸਿੱਖ ਨੂੰ ਭੰਡਣਾ ਜਿਹੜਾ ਦਿੱਲੀ ਵਾਲਾ ਦੀ ਨਿਗਾਹ 'ਚ ਵੀ ਰੜਕਦਾ, ਤਾਂ ਆਪਾਂ ਨੂੰ ਸਮਝ ਨਹੀਂ ਲੱਗਦੀ ਵੀ ਇਹ ਗੱਲ ਹੋ ਕੀ ਰਹੀ ਹੈ। ਦਿੱਲੀ ਵਾਲਿਆਂ ਨੇ ਬੰਦੇ ਪੈਦਾ ਕਰ ਲਏ, ਉਹਨਾਂ ਨੂੰ ਹੁਣ ਬਹੁਤੀ ਲੋੜ ਨਹੀਂ ਲੱਗਦੀ ਕਿ ਕਿਸੇ ਆਪਦੇ ਬੰਦੇ ਤੋਂ ਕੰਮ ਕਰਾਉਣ। ਉਹਨਾਂ ਨੇ ਗਾਹਾਂ ਸਾਡੇ 'ਚੋਂ ਸਾਡੀਆਂ ਸ਼ਕਲਾਂ ਵਾਲੇ, ਜਿਵੇਂ 1984 ਦੇ ਅਟੈਕ ਮੌਕੇ ਸਿੱਖਾਂ ਵਰਗੀਆਂ ਸ਼ਕਲਾਂ ਵਾਲੇ ਸਿੱਖਾਂ ਦੇ ਘਰਾਂ 'ਚ ਜੰਮਿਆ ਹੋਇਆਂ ਤੋਂ ਤੋਪਾਂ ਬੰਬਾਂ ਗੋਲਿਆਂ ਦੇ ਨਾਲ ਹਮਲਾ ਕਰਵਾ ਕੇ ਸਾਡੇ ਇਤਿਹਾਸ ਨੂੰ ਦੁਬਦਾ ਵਿੱਚ ਫਸਾ ਦਿੱਤਾ। ਅੱਜ ਤੋਂ ਪਹਿਲਾਂ ਕਦੇ ਨਹੀਂ ਸੀ ਇਤਿਹਾਸ ਵਿੱਚ ਹੋਇਆ। ਦੋਨੇ ਘੱਲੂ ਘਾਰਿਆਂ ਮੌਕੇ ਦੁਸ਼ਮਣ ਕੋਈ ਹੋਰ ਜਾਤ, ਹੋਰ ਬਰਾਦਰੀ, ਹੋਰ ਭਾਈਚਾਰੇ, ਹੋਰ ਨਸਲ ਦਾ ਸਾਡੇ 'ਚੋਂ ਨਹੀਂ ਸੀ। ਐਤਕੀ ਜਿਹੜਾ ਲੜਨ ਆਇਆ ਸੀ ਉਹ ਸਾਡੇ ਵਿੱਚੋਂ ਸੀ, ਸਾਡੇ ਵਰਗਾ ਸੀ। ਹੁਣ ਨਵਾਂ ਕੰਮ ਫੜ ਲਿਆ ਸਰਕਾਰ ਨੇ। ਹੁਣ ਅੱਜ ਦੇ ਸਮੇਂ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਉਲਟ ਜਿਹੜੇ ਬੰਦੇ ਕੰਮ ਕਰਦੇ ਆ, ਉਹ ਸਿੱਖਾਂ ਦੇ ਘਰਾਂ 'ਚ ਜੰਮੇ ਆ, ਤਨਖਾਹਦਾਰ ਮੁਲਾਜ਼ਮ, ਹਰੇਕ ਦੀ ਦਾੜੀ ਨੂੰ ਹੱਥ ਪਾਉਂਦੇ ਆ, ਤੇ ਇੰਨੇ ਗੰਦੇ ਭੈੜੇ ਤਰੀਕੇ ਨਾਲ ਗੱਲ ਕਰਦੇ ਆ ਕਿ ਜੇ ਨਾ ਬੋਲੀਏ ਤਾਂ ਮਾੜੇ, ਜੇ ਬੋਲੀਏ ਤਾਂ ਮਾੜੇ। ਇਹੋ ਜਿਹੇ ਮਾਹੌਲ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਹੋਈ ਆ ਕਿ ਸਾਨੂੰ ਸਮੱਤ ਬਖਸ਼ਣ ਤੇ ਅਸੀਂ ਉਸ ਧਿਰ ਵੱਲ ਨਾ ਖੜੀਏ ਜਿਹੜੀ ਨਕਾਰਾਤਮਕ ਬਿਰਤੀ ਨਾਲ ਭਰੀ ਹੋਈ ਹੈ। ਸਕਾਰਾਤਮਕ ਬਿਰਤੀਆਂ ਵੱਲ ਜੁੜੀਏ, ਹਾਂ ਪੱਖੀ ਬਿਰਤੀ ਰੱਖੀਏ। ਨੁਕਸ ਜਿਹੜੇ ਨੇ ਜਿਨ੍ਹਾਂ 'ਚ ਲੱਗਦੇ ਆ ਉਹਨਾਂ ਨੂੰ ਛੱਡ ਦਈਏ, ਆਪ ਕਰ ਲਈਏ। ਉਹਨਾਂ ਨੂੰ ਗਾਲਾਂ ਕੱਢ ਕੇ 2 ਘੰਟੇ ਕਾਹਨੂੰ ਖਰਾਬ ਕਰਨੇ ਆ, ਉਹੀ 2 ਘੰਟੇ ਆਪ ਕੰਮ ਕਰ ਲਓ। ਜਿਹੜੀਆਂ ਜਥੇਬੰਦੀਆਂ ਸਹੀ ਕਾਰਜ ਨਹੀਂ ਕਰਦੀਆਂ ਉਹਨਾਂ ਦੀ ਨਿੰਦਿਆ, ਚੁਗਲੀ, ਭੰਡ ਭੰਡਈਆ ਕਰਨ ਦੀ ਬਜਾਏ ਆਪ ਮੈਦਾਨ 'ਚ ਆ ਜਾਓ। ਮੈਂ ਆਪਦੀ ਗੱਲ ਸਮਾਪਤ ਕਰਨ ਤੋਂ ਪਹਿਲਾਂ ਇੱਕ ਗੱਲ ਅੱਗੇ ਵੀ ਸ਼ਾਇਦ ਸੁਣਾਈ, ਮੈਂ ਫੇਰ ਸੁਣਾ ਦਿਆਂ। ਪਿਛਲੇ ਸਾਲ ਵਿਸਾਖੀ ਵਾਲੇ ਦਿਨ ਪੰਜਾਬੀ ਦੇ ਸਰਮੌਰ ਨਾਵਲਕਾਰ ਜਸਵੰਤ ਸਿੰਘ ਕਮਲ ਦੇ ਘਰ ਗਿਆ ਸੀ। ਬੜੇ ਖੁਸ਼ ਹੋਏ। ਪੰਜਾਬ ਦਾ ਬੁੱਚੜ ਕਿਤਾਬ ਫੜਾਈ ਜਦੋਂ ਮੈਂ, ਬੜਾ ਖੁਸ਼ੀ ਮੰਨੀ। ਜਦੋਂ ਸਾਰੀਆਂ ਉਹਨਾਂ ਨੇ ਸਿਫਤਾਂ ਸੁਫਤਾਂ ਕਰ ਲਈਆਂ, ਮੇਰੀ ਪਿੱਠ ਥਾਪੜੀ ਬੱਲੇ ਬੱਲੇ ਕੀਤੀ। ਕਹਿੰਦੇ ਪੰਜਾਬ ਦੀ ਅਣਖ, ਪੰਜਾਬ ਦੇ ਬਾਗੀ ਤੇ ਪੰਜਾਬ ਦੇ ਸੱਚ ਬੋਲਣ ਵਾਲਿਆਂ ਦੀ ਜਿਹੜੀ ਰਵਾਇਤ ਆ ਨਾ, ਇਹ ਉਹਦੇ ਵਿੱਚ ਤੂੰ ਮਾਰਕਾ ਮਾਰਿਆ। ਬੜੇ ਉਹਨਾਂ ਨੇ ਚੰਗੇ, ਚਲੋ ਬੰਦੇ ਨੂੰ, ਸੱਚੀ ਗੱਲ ਆਪਾਂ ਸਾਰੇ ਬੰਦੇ ਆ ਤੇ ਬੰਦੇ ਨੂੰ ਇਹੋ ਆਪਦੀ ਜਿਹੜੀ ਸਿਫਤ ਆ ਉਹ ਸੁਣ ਕੇ ਬੰਦੇ ਨੂੰ ਵਧੀਆ ਲੱਗਦਾ। ਖੈਰ, ਮੈਂ ਉਹਨਾਂ ਨੂੰ ਅਗਲੀ ਗੱਲ ਕਹੀ ਕਿ ਤੁਸੀਂ ਇਹ ਕਿਤਾਬ ਲਿਖਾਈ। ਕਹਿੰਦੇ ਕਿਵੇਂ? ਮੈਂ ਕਿਹਾ ਵੀ ਸਨ 2003-04 ਦੇ ਲਾਗੇ ਦੀ ਗੱਲ ਆ। ਲੁਧਿਆਣੇ ਆਪਾਂ ਭਾਈ ਬਲਵਿੰਦਰ ਸਿੰਘ ਝਵਾਲ, ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਲ ਸਰਗਰਮ ਰਹੇ ਆ, ਉਹਨਾਂ ਦੇ ਭਾਣਜੇ ਦਾ ਜਾਂ ਭਤੀਜੇ ਦਾ ਵਿਆਹ ਸੀ। ਆਪਾਂ ਉੱਥੇ ਪੈਲਸ ਵਿੱਚ ਬਾਹਰ ਸਾਰੇ ਜੁੜੇ ਸੀ ਤੇ ਤੁਸੀਂ ਉੱਥੇ ਭਾਜੀ ਦਲਜੀਤ ਸਿੰਘ ਬਿੱਟੂ ਤੇ ਹੋਰ ਜਿਹੜੇ ਸਿੰਘ ਸੀ ਉਹਨਾਂ ਨਾਲ ਚਰਚਾ ਕਰ ਰਹੇ ਸੀ ਤੇ ਅਸੀਂ ਤੁਹਾਡੇ ਨਾਲ ਉੱਥੇ ਬੈਠੇ ਸੀ। ਤੇ ਮੈਂ ਤੁਹਾਡੇ ਤੇ ਇਹ ਗੁੱਸਾ ਕਰਦਾ ਸੀ ਕਿ ਤੁਸੀਂ ਜਿਹੜੀ ਖੂਨ ਕੇ ਸੋਲੇ ਗਾਵੀਏ ਨਾਨਕ ਸਿੱਖ ਸੰਘਰਸ਼ ਬਾਰੇ ਨਾਵਲ ਲਿਖਿਆ, ਉਹ ਤੁਸੀਂ ਉਸ ਥਾਂ ਤੇ ਬੰਦ ਕੀਤਾ ਜਦੋਂ ਬਲੈਕ ਥੰਡਰ ਦੇ ਵਿੱਚ ਨਕਲੀ ਸਰਕਾਰੀ ਬੰਦਿਆਂ ਨੇ ਬਹੁਤ ਜ਼ਿਆਦਾ ਮਾੜਾ ਕੀਤਾ ਸੀ ਦਰਬਾਰ ਸਾਹਿਬ ਦੇ ਵਿੱਚ। ਤੁਸੀਂ ਉੱਥੇ ਗੱਲ ਛੱਡ ਦਿੱਤੀ ਤੇ ਮੈਂ ਤੁਹਾਡੇ ਨਾਲ ਜਦੋਂ ਬਹਿਸਦਾ ਸੀ ਤੇ ਕਾਫੀ ਜ਼ਿਆਦਾ ਗਰਮਾ ਗਰਮੀ ਦੇ ਵਿੱਚ ਕੋਈ ਤਲਖ ਲਫ਼ਜ਼ ਵਰਤੇ ਤੇ ਤੁਸੀਂ
ਵੀ ਉਹੋ ਜਿਹੀ ਗੱਲ ਕਰਦੇ ਸੀ। ਆਪਣੀ ਉਸ ਬਹਿਸ ਦੇ ਮੌਕੇ ਭਾਜੀ ਦਲਜੀਤ ਸਿੰਘ ਨੇ ਮੈਨੂੰ ਟੋਕਿਆ, ਕਿਉਂਕਿ ਉਹ ਮੈਨੂੰ ਕਹਿ ਸਕਦੇ, ਤੁਹਾਨੂੰ ਨਹੀਂ ਸੀ ਕਹਿ ਸਕਦੇ, ਪਰ ਮੈਂ ਸੱਚਾ ਇੰਨਾ ਸੀ ਕਿ ਤੁਹਾਨੂੰ ਵੀ ਸਾਫ਼ ਦਿਖਦਾ ਸੀ ਕਿ ਮੈਂ ਟੁੱਟ ਕੇ ਜੇ ਪੈ ਰਿਹਾ ਤਾਂ ਕਿਸੇ ਗੱਲ ਨਾ ਪੈ। ਤੇ ਤੁਸੀਂ ਉੱਥੇ ਕਿਹਾ ਵੀ ਕਾਕਾ ਗੱਲ ਤੇਰੀ ਠੀਕ ਆ, ਪਰ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੀ ਕੌਮ, ਤੁਹਾਡੀ ਜੱਦੋ ਜਹਿਦ ਦੇ ਵਿੱਚੋਂ ਨਿਕਲਿਆ ਹੋਇਆ ਬੰਦਾ ਜਿਹੜਾ ਹੈ ਨਾ, ਉਹੀ ਤੁਹਾਡੇ ਨਾਲ ਇਨਸਾਫ ਕਰ ਸਕੇਗਾ। ਬਈ ਜੇਕਰ ਮੈਂ ਹੁਣ ਕੋਈ ਹੋਰ ਵੀ ਲਿਖ ਦੇਵਾਂ ਤਾਂ ਵੀ ਤੁਹਾਨੂੰ ਕੋਈ ਨਾ ਕੋਈ ਉਹ 'ਚੋਂ ਤਸੱਲੀ ਵਾਲੀ ਗੱਲ ਨਹੀਂ ਲੱਗੂ, ਤੁਸੀਂ ਕੋਈ ਨਾ ਕੋਈ ਗੱਲ ਫੇਰ ਕੱਢ ਲਓਗੇ। ਤੋ ਤੁਹਾਡੀ ਤਸੱਲੀ ਲਈ ਤੁਹਾਡੇ ਵਿੱਚੋਂ ਬੰਦਾ ਕੋਈ ਲਿਖੇ। ਤੇ ਮੈਂ ਆਖਿਆ ਵੀ ਹੁਣ ਮੈਂ ਇਹ ਲਿਖ ਦਿੱਤੀ ਹੈ, ਤੇ ਇਹ ਗੱਲ 18-19 ਸਾਲ ਭਾਵੇਂ ਲੱਗ ਗਏ, ਪਰ ਅੱਜ ਇਹਦੀ ਜਿੰਨੀ ਕੁ ਬੱਲੇ ਬੱਲੇ ਕਿਤਾਬ ਦੀ ਹੋਈ ਆ, ਤੇ ਮੈਨੂੰ ਲੱਗਦਾ ਕਿ ਮੈਂ ਤੁਹਾਡਾ ਜਵਾਬ ਦੇ ਦਿੱਤਾ। ਕਹਿੰਦੇ ਇਹੀ ਗੱਲ ਕਿ ਆਪ ਦਾ ਸਿਰ ਆਪ ਹੀ ਗੁੰਦਣਾ ਪੈਂਦਾ। ਬੜੇ ਖੁਸ਼ ਹੋਏ, ਬੜੀਆਂ ਗੱਲਾਂ ਹੋਈਆਂ। ਚਲੋ ਸਿਆਣਾ ਬੰਦਾ ਸੀ, ਕਈ ਗੱਲਾਂ 'ਚ ਉਹਦੇ ਨਾਲ ਅਸਹਿਮਤੀ ਸੀ, ਕਾਫੀ ਜ਼ਿਆਦਾ ਅਸਹਿਮਤੀ ਸੀ। ਐਵੇਂ ਕਹਾਂ ਮੈਂ ਜਿਉਂਦੇ ਜੀ ਭਾਈ ਜਸਵੰਤ ਸਿੰਘ ਕੰਵਲ ਦੇ ਨਾਲ ਬਹੁਤਾ ਜ਼ਿਆਦਾ ਸਹਿਮਤ ਨਹੀਂ ਸੀ ਹੋ ਸਕੇ। ਹੋਰ ਵੀ ਕਈ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਬੜਾ ਸਤਿਕਾਰ ਆ ਮੰਚ, ਪਰ ਉਹਨਾਂ ਦੇ ਨਾਲ ਸਹਿਮਤੀ ਨਹੀਂ। ਤੇ ਮੈਨੂੰ ਮੇਰੇ ਮਿੱਤਰ ਚਾਰੇ ਵਿੱਚ ਇਹ ਗੱਲ ਕਹਿ ਦਿੰਦੇ ਆ ਕਿ ਅਸਹਿਮਤ ਹੋਣ ਦੇ ਬਾਵਜੂਦ ਇਹ ਕਿਸੇ ਨਾਲ ਸਫ਼ਰ ਕਰ ਸਕਦਾ, ਕਿਸੇ ਨਾਲ ਚੱਲ ਸਕਦਾ, ਸੁਭਾਅ ਹੁੰਦਾ ਬੰਦੇ ਦਾ। ਮੈਂ ਆਪਦੀ ਥਾਂ ਤੇ ਖੜਾ ਰਹਿ ਕੇ ਵੀ ਕਿਸੇ ਇਹੋ ਜਿਹੇ ਸੱਜਣ ਨਾਲ ਵਿਚਰ ਸਕਦਾ ਜਿਹਦੇ ਨਾਲ ਮੇਰੀ ਸਹਿਮਤੀ ਨਹੀਂ ਹੋ। ਉਹਨੂੰ ਕਹੀਦਾ ਕਿ ਠੀਕ ਆ, ਤੇਰੇ ਵਿਚਾਰ, ਤੈਨੂੰ ਮੁਬਾਰਕ, ਮੈਨੂੰ ਆਪਦੀ ਥਾਂ ਤੋਂ, ਮੈਨੂੰ ਮੇਰੇ ਥਾਂ ਤੋਂ ਨਾ ਫੜਕਾ, ਮੈਨੂੰ ਪਤਾ ਕਿ ਮੈਂ ਠੀਕ। ਇਵੇਂ ਹੀ ਇਸ ਮੌਕੇ ਆਲੇ ਦੁਆਲੇ ਬਹੁਤ ਇਹੋ ਜਿਹੇ ਸੱਜਣ ਨੇ ਜਿਨ੍ਹਾਂ ਦੇ ਨਾਲ ਸੁਰ ਨਹੀਂ ਮਿਲਦੀ, ਪਰ ਜੇਕਰ ਪੋਜ਼ਿਟਿਵ ਸੋਚ ਵਾਲੇ ਅੱਗੇ ਜਾ ਕੇ ਕਿਸੇ ਸਹੀ ਦਿਸ਼ਾ ਵੱਲ ਲੈ ਕੇ ਜਾਣ ਵਾਲੇ ਬੰਦੇ ਨੇ ਤਾਂ ਉਹਨਾਂ ਦੇ ਨਾਲ ਚੱਲਣ 'ਚ ਮੈਨੂੰ ਕੋਈ ਇਤਰਾਜ਼ ਨਹੀਂ। ਪਰ ਇਹੋ ਜਿਹੇ ਸੱਜਣ ਨਾਲ ਮੈਂ ਚੱਲਣ ਤੋਂ ਇਨਕਾਰੀ ਹੋਵਾਂਗਾ ਜਿਹੜਾ ਬੇਸ਼ੱਕ ਮੇਰੇ ਨਾਲ ਸਹਿਮਤ ਹੋਵੇ ਤੇ ਮੈਂ ਉਹਦੇ ਵਿਚਾਰਾਂ ਦਾ ਵੀ ਹਾਮੀ ਹੋਵਾਂ, ਪਰ ਜਿਹਦੀ ਵਰਕਿੰਗ ਜਿਹੜੀ ਆ ਉਹ ਨੈਗੇਟਿਵ ਆ, ਨਕਾਰਾਤਮਕ ਆ, ਜਿਹਦਾ ਮਕਸਦ, ਜਿਹਦੇ ਕੰਮਾਂ ਦਾ ਰਿਜ਼ਲਟ ਸੰਘਰਸ਼ ਦੇ ਸਿੱਖਾਂ ਦੇ ਉਲਟ ਨਿਕਲਦਾ ਹੋਵੇ, ਮੈਂ ਉਹਦੇ ਨਾਲ ਸਹਿਮਤ ਨਹੀਂ ਹੋ ਸਕਦਾ। ਮੈਂ ਉਹਦੇ ਨਾਲ ਅੱਗੇ ਚੱਲ ਕੇ, ਮੈਨੂੰ ਜਦੋਂ ਪਤਾ ਵੀ ਇਹ ਗੱਲ ਗੜਬੜ, ਘੱਟ ਤੁਰ ਪਵਾਂਗੇ, 2 ਪੈਰ ਘੱਟ ਤੁਰਨਾ, ਪਰ ਤੁਰਨਾ ਮੜਕਦੇ ਨਾਲ। ਜਿਹੜਾ ਪੁਲਿਸ, ਹਕੂਮਤਾਂ, ਇਹ ਸਾਰਾ ਕੁਛ ਆਪਦੀ ਥਾਂ ਤੇ ਹੁੰਦਾ। ਅੱਜ ਵੀ ਸਾਰੇ ਪਾਸੇ ਚਰਚਾ ਹੋ ਰਹੀ ਆ ਕਿ ਦਰਬਾਰ ਸਾਹਿਬ ਨੂੰ ਜਾਣ ਵਾਲੇ ਜਿਹੜੇ ਰਸਤੇ ਆ ਉਹ ਸਾਰੇ ਬਲੌਕ ਕਰ ਦਿੱਤੇ ਆ ਸਟੇਟ ਨੇ, ਥਾਂ ਥਾਂ ਤੇ ਖਾਕੀ ਵਰਦੀ ਲੱਗੀ ਹੋਈ ਆ। ਤੇ ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਜਿਹਨੇ ਜੂਨ 1984 ਦੇ ਘੱਲੂਘਾਰੇ ਦੇ ਰੋਸ ਵਿੱਚ ਕਾਂਗਰਸ ਤੋਂ ਤੇ MP ਦੇ ਪਦ ਤੋਂ ਅਸਤੀਫਾ ਦਿੱਤਾ ਸੀ, ਉਹ ਮੁੱਖ ਮੰਤਰੀ ਆ। ਤੇ ਪੁਲਿਸ ਵਾਲੇ ਇਕੱਲੇ ਸਿੱਖ ਦੇ ਘਰ ਪੁੱਛਦੇ ਫਿਰਦੇ ਆ, ਤੁਹਾਡਾ 6 ਜੂਨ ਦਾ ਕੀ ਪ੍ਰੋਗਰਾਮ ਆ, ਤੁਸੀਂ ਅੰਮ੍ਰਿਤਸਰ ਜਾਣਾ ਹੈ, ਤੁਸੀਂ ਦਰਬਾਰ ਸਾਹਿਬ ਜਾਣਾ ਹੈ, ਇਹ ਪੁੱਛਦੇ ਫਿਰਦੇ ਆ ਪੁਲਿਸ। ਸੋ ਗੁਰੂ ਪਿਆਰੇ ਖਾਲਸਾ ਜੀ, ਪਿਛਲੀਆਂ 5 ਸਦੀਆਂ, ਖਾਸ ਤੌਰ ਤੇ ਗੁਰੂ ਕਾਲ ਤੋਂ ਬਾਅਦ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਦਾ ਸਾਰਾ ਪੀਰੀਅਡ ਆ, ਕੋਈ ਸੁੱਖ ਦਾ ਸਾਹ ਵਾਲਾ ਦਿਨ ਤਾਂ ਆਪਣੇ ਤੇ ਆਇਆ ਕਦੇ ਵੀ ਨਹੀਂ। ਐਤਕੀ ਵੀ 6 ਜੂਨ ਜਿਹੜੀ ਆ, ਕਦੇ ਬਾਦਲ ਕਿਆਂ ਦੇ, ਕਦੇ ਕੈਪਟਨ ਕਿਆਂ ਦੇ, ਇਹਨਾਂ ਦੇ ਭੇਜੇ ਹੋਏ ਜਿਹੜੇ ਸਿਪਾਹੀ ਹੁੰਦੇ ਆ, ਉਹ ਸਿੱਖਾਂ ਦੀ ਦਾੜੀ ਪੱਟਦੇ ਆ, ਜ਼ੁਲਮ ਕਰਦੇ ਆ। ਪਰ ਆਪਾਂ ਆਪ ਦਾ ਕੰਮ ਕਰਨਾ, ਇਹਨਾਂ ਨੇ ਆਪ ਦਾ ਕੰਮ ਕਰਨਾ। ਫਰਜ਼ ਹੁੰਦੇ ਆ, ਚੋਰ ਨੇ ਚੋਰਾਂ ਵਾਲੇ ਕੰਮ ਕਰਨੇ ਆ ਤੇ ਸਾਧ ਨੇ ਸਾਧਾਂ ਵਾਲੇ ਕਰਨੇ। ਰਾਜ ਭਾਗ ਕਿਸੇ ਦਾ ਵੀ ਹੋਵੇ, ਪੰਜਾਬ ਦਾ ਮੁੱਖ ਮੰਤਰੀ ਚਾਹੇ ਆਪਣੇ ਚੋਂ ਕੋਈ ਬਣ ਜਾਵੇ, ਕਈਆਂ ਨੂੰ ਇਹ ਬੜਾ ਬੁਖਾਰ ਚੜਿਆ ਰਹਿੰਦਾ ਕਿ ਫਲਾਣੇ ਨੂੰ ਮੁੱਖ ਮੰਤਰੀ ਬਣਾ ਦਿੰਦੇ, ਇਹਨਾਂ ਤਾਂ ਬਹੁਤਾਂ ਹੀ ਕੁਛ ਹੋਰ। ਬੜੇ ਇਹੋ ਜਿਹੇ ਵਹਿਮੀ ਨੇ ਜਿਨ੍ਹਾਂ ਨੂੰ ਲੱਗਦਾ ਕਿ 91 ਦੇ ਬਾਈਕਾਟ ਹੋ ਗਿਆ ਜੀ, 92 ਦਾ ਬਾਈਕਾਟ ਹੋ ਗਿਆ, ਫਲਾਨਿਆਂ ਨਹੀਂ ਜੇ ਕਿਤੇ ਮੁੱਖ ਮੰਤਰੀ ਬਣ ਜਾਂਦਾ ਜਾਂ ਐਤਕੀ ਫਲਾਨਾ ਜਿੱਤ ਜਾਂਦਾ। ਇਹ ਵਹਿਮ
ਨਿਕਲ ਜਾਣਾ ਚਾਹੀਦਾ। ਤੇ ਇਹ ਨਿਕਲਣ ਦੇ ਲਈ ਆਪਣੀ ਕੌਮ ਨੂੰ ਇੱਕ ਵਾਰੀ ਹੰਬਲਾ ਮਾਰ ਕੇ ਇਹੋ ਜਿਹੇ ਕਿਸੇ ਖਾਲਿਸਤਾਨੀ ਕਹਾਉਂਦੇ ਬੰਦੇ ਨੂੰ ਮੁੱਖ ਮੰਤਰੀ ਬਣਾ ਕੇ ਆਪਦਾ ਚੈੱਕ ਕਰ ਲੈਣਾ ਚਾਹੀਦਾ। ਜਿੱਦਣ ਉਹਦੇ ਰਾਜ ਵਿੱਚ ਵੀ ਉਵੇਂ ਹੀ ਫੌਜ ਤੇ ਪੁਲਿਸ ਨੇ ਖਾਲਿਸਤਾਨੀਆਂ ਦੇ ਉੱਤੇ ਚੜ੍ਹਾਈ ਕੀਤੀ, ਫਿਰ ਦੇਖਣਗੇ ਵੀ ਹੈ। ਹੁਣ ਅਸੀਂ ਇਹ ਚੀਜ਼ ਸਿੱਖ ਲਈ ਆ ਵੀ ਚਾਹੇ ਗਿਆਨੀ ਜੈਲ ਸਿੰਘ ਹੋਵੇ। ਗਿਆਨੀ ਜੈਲ ਸਿੰਘ ਬਾਰੇ ਮੈਨੂੰ ਕੋਈ ਸੱਜਣ ਕਹਿੰਦਾ ਕਿ ਉਹ ਗਿਆਨੀ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨੂੰ ਬਹੁਤ ਜ਼ਿਆਦਾ ਬਾਣੀ ਕੰਠ ਸੀ, ਵੀ ਉਹਨੂੰ ਗੁਰੂ ਗ੍ਰੰਥ ਸਾਹਿਬ ਕੋਈ ਉਹ ਤਾਂ ਜ਼ਿਆਦਾ ਵੱਡੀਆਂ ਗੱਲਾਂ ਕਰਦਾ ਸੀ, ਪਤਾ ਨਹੀਂ ਹੁਣ ਸੱਚ ਵੀ ਹੋਵੇ ਜਾਂ ਨਹੀਂ। ਕਹਿੰਦਾ ਉਹਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੱਧਿਓਂ ਵੱਧ ਕੰਠ ਸੀ ਸਾਰਾ ਗੁਰੂ ਗ੍ਰੰਥ ਸਾਹਿਬ ਤੋਂ। ਵੀ ਚਲੋ ਹੋਣੀ ਗੱਲ, ਪਰ ਜੇ ਇੰਨੀ ਬਾਣੀ ਕੰਠ ਹੋਣ ਦੇ ਬਾਵਜੂਦ ਉਹਦੇ ਰਾਜ ਦੇ ਵਿੱਚ ਉਹਦੇ ਇਸ਼ਟ ਉਹਦੇ ਧਰਮ ਸਥਾਨ ਦੇ ਉੱਤੇ ਹਮਲਾ ਹੋ ਰਿਹਾ ਤਾਂ ਰਹਿ ਵੀ ਗਿਆ। ਸੋ ਸਾਨੂੰ ਬਾਣੀ ਬੇਸ਼ੱਕ ਘੱਟ ਕੰਠ, ਪਰ ਅਸੀਂ ਆਪਦੇ ਇਸ਼ਟ ਦੇ ਉੱਤੇ ਅਟੈਕ ਕਰਨ ਵਾਲੀ ਧਿਰ ਦਾ ਹਿੱਸਾ ਨਹੀਂ ਬਣ ਸਕਦੇ। ਅਸੀਂ ਮਾੜੇ ਹਾਂ, ਕਮਜ਼ੋਰ ਹਾਂ, ਨਿਕੰਮੇ ਹਾਂ, ਮਰਿਆਦਾ 'ਚ ਕੱਚੇ ਹੋਵਾਂਗੇ, ਗੜਬੜਾਂ ਵਾਲੇ ਹੋਵਾਂਗੇ, ਪਰ ਖੜੇ ਅਸੀਂ ਪੰਥ ਵੱਲ ਰਹੀਏ। ਇਹੀ ਸਾਡੀ ਰੀਝ ਹੋਣੀ ਚਾਹੀਦੀ ਆ, ਇਹੀ ਸਾਡੀ ਅਰਦਾਸ ਹੋਣੀ ਚਾਹੀਦੀ ਹੈ। ਸੋ ਅਗਲੇ ਦਿਨਾਂ ਵਿੱਚ ਵੀ ਚਰਚਾ ਚੱਲਦੀ ਰਹੂਗੀ। ਤੇ ਕਈ ਭਰਾਵਾਂ ਨੇ ਪੁੱਛਿਆ ਕਿ ਕੱਲ ਇਹ ਸੀ ਕਿ ਸਵੇਰੋਂ ਇਸ ਵਕਤੇ ਉੱਠੇ ਹਾਂ ਤੇ ਇੱਕਦਮ ਫੋਨ ਆਇਆ ਘਰੋਂ ਕਿ ਫਾਦਰ ਸਾਹਿਬ ਮੇਰੇ ਪਾਪਾ ਜੀ ਵੀ ਉਹਨਾਂ ਦੀ ਸਿਹਤ ਬਹੁਤ ਖਰਾਬ ਆ ਤੇ ਛੇਤੀ ਪਿੰਡ ਪਹੁੰਚੋ। ਸੋ ਫਿਰ ਰਾਤ ਪਿੰਡ ਰੁਕਣਾ ਵੀ ਪਿਆ। ਹਾਲਾਤ ਹੁਣ ਵੀ ਕੋਈ ਬਹੁਤੇ ਚੰਗੇ ਨਹੀਂ, ਪਰ ਪੰਥ ਦੀਆਂ ਕੌਮ ਦੀਆਂ ਜ਼ਿੰਮੇਵਾਰੀਆਂ ਵੀ ਨੇ। ਸੋ ਅੱਜ ਫਿਰ ਇੱਥੇ ਸੇਵਾ 'ਚ ਹਾਜ਼ਰ ਹੋਏ ਆ। ਕਿਸੇ ਦਿਨ ਫਿਰ ਇੱਦਾਂ ਹੀ ਹੋ ਸਕਦਾ ਕਿ ਫੋਨ ਆ ਜਾਵੇ। ਪਾਪਾ ਜੀ ਨੇ ਮੇਰੀ ਕਰਕੇ ਕਸ਼ਟ ਵੀ ਬਹੁਤ ਕੱਟੇ ਆ, ਉਹਨਾਂ ਦਾ ਜੀਅ ਵੀ ਕਰਦਾ ਸੀ, ਅੱਜ ਵੀ ਜੀਅ ਕਰਦਾ ਸੀ ਮੇਰੇ ਕੋਲ ਰਵੇ, ਪਰ ਇੱਥੇ ਅੰਮ੍ਰਿਤਸਰ ਆਉਣਾ ਜ਼ਰੂਰੀ ਸੀਗਾ। ਸੋ ਕੱਲ ਇੱਕਦਮ ਜਾਣਾ ਪੈ ਗਿਆ। ਤੇ ਜੋ ਰੱਬ ਦੇ ਰੰਗ ਨੇ ਉਹ ਸਾਰਿਆਂ ਦੇ ਸਾਹਮਣੇ। ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।